ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ ਜੋ ਮਾਸਟਰ ਕੇਡਰ ਪੰਜਾਬੀ ਦੇ ਨਾਲ ਸੰਬੰਧਿਤ ਨੇ ਜੀ। ਅਤੇ ਉਹਦੇ ਵਿੱਚ ਆਪਾਂ ਜੋ ਗੱਲ ਕਰ ਰਹੇ ਹਾਂ ਜੀ ਕਹਾਣੀਕਾਰ ਦੇ ਬਾਰੇ। ਆਪਣੀ ਇਹ ਵਿਸ਼ੇਸ਼ ਵੀਡੀਓ ਹੈ ਜਿਸ ਦੇ ਵਿੱਚ ਉਹਨਾਂ ਦੇ ਕਹਾਣੀਕਾਰ ਦੇ ਤੌਰ 'ਤੇ ਜੋ ਦੇਣ ਹੈ ਸਾਹਿਤ ਖੇਤਰ ਦੇ ਲਈ ਉਹਦੀ ਆਪਾਂ ਵਿਚਾਰ ਚਰਚਾ ਕਰਾਂਗੇ। ਉਸ ਦੇ ਖੇਤਰ ਦੇ ਵਿੱਚ ਭਾਵ ਉਹਨਾਂ ਨੇ ਕਹਾਣੀ ਖੇਤਰ ਵਿੱਚ ਕੀ ਵਿਲੱਖਣਤਾ ਹੈਗੀ ਹੈ, ਉਹਨਾਂ ਕਹਾਣੀਆਂ ਦੇ ਵਿਸ਼ੇ ਕੀ ਨੇ, ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਕਿਹੜੀਆਂ ਕਹਾਣੀਆਂ ਰੱਖੀਆਂ ਗਈਆਂ ਨੇ, ਉਹਨਾਂ ਦੀ ਥੋੜ੍ਹੀ ਜਿਹੀ ਵਿਚਾਰ ਚਰਚਾ ਹੋਏਗੀ। ਅਤੇ ਜਿਹੜੀ ਉਹ ਸੰਗ੍ਰਹਿ ਦੇ ਵਿੱਚੋਂ ਵਿਸ਼ੇਸ਼ ਕਹਿ ਲਓ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਹਾਣੀ ਹੋਏਗੀ ਤਾਂ ਉਸ ਦੀ ਥੋੜ੍ਹੇ ਜਿਹੇ ਵਿਸ਼ੇ ਦੀ ਆਪਾਂ ਵਿਚਾਰ ਚਰਚਾ ਕਰਾਂਗੇ। ਉਸ ਦਾ ਵਿਸ਼ਾ ਕੀ ਆ, ਉਸਦੇ ਪਾਤਰਾਂ ਦੀ ਥੋੜ੍ਹੀ ਬਹੁਤੀ ਚਰਚਾ ਰਹੇਗੀ। ਅੱਜ ਦੇ ਜੀ ਆਪਣੇ ਕਹਾਣੀਕਾਰ ਨੇ ਜੀ ਰਘਵੀਰ ਟੱਟ। ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਉਹਨਾਂ ਦੇ ਜੀਵਨ ਦੀ ਆਪਾਂ ਗੱਲ ਕਰਾਂਗੇ। ਜੀਵਨ ਦੀ ਗੱਲ ਕਰਦੇ ਹੋਏ ਆਪਾਂ ਪਹਿਲਾਂ ਵੀਡੀਓ ਇੱਕ ਦੇ ਚੁੱਕੇ ਹਾਂ ਜੀ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਿਹਦੇ ਵਿੱਚ ਉਹਨਾਂ ਦੇ ਜੀਵਨ, ਉਹਨਾਂ ਦਾ ਜੋ ਸੰਘਰਸ਼ ਰਿਹਾ ਜੀ ਸ਼ੁਰੂ ਤੋਂ ਲੈ ਕੇ ਜੀ ਨੌਕਰੀ ਤੱਕ, ਫਿਰ ਕਿਵੇਂ ਬਾਹਰ ਜਾਂਦੇ ਨੇ ਜੀ, ਬਾਹਰ ਦੇ ਜੋ ਉਹਨਾਂ ਦਾ ਅਨੁਭਵ ਰਿਹਾ ਉਹਦੇ ਬਾਰੇ ਚਰਚਾ ਕੀਤੀ ਹੋਈ ਹੈ ਜੀ। ਕਿਹੜੀਆਂ ਉਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਜੀ, ਉਹਦੀ ਸਾਰੀ ਜੋ ਗੱਲਬਾਤ ਕੀਤੀ ਹੋਈ ਆ ਫਸਟ ਵੀਡੀਓ ਦੇ ਵਿੱਚ ਕੀਤੀ ਹੋਈ ਹੈ। ਸਾਰੀਆਂ ਜੋ ਉਹਨਾਂ ਦੀਆਂ ਰਚਨਾਵਾਂ ਨੇ ਉਹਨਾਂ ਦੀ ਵਿਚਾਰ ਚਰਚਾ ਫਸਟ ਵੀਡੀਓ ਦੇ ਵਿੱਚ ਆਪਾਂ ਕੀਤੀ ਹੋਈ ਹੈ। ਤਾਂ ਇਸ ਵੀਡੀਓ ਦੇ ਵਿੱਚ ਆਪਣਾ ਇਕੱਲਾ ਵਿਸ਼ਾ ਰਹੇਗਾ ਜੀ ਉਹਨਾਂ ਦੇ ਕਹਾਣੀ ਸੰਗ੍ਰਹਿ। ਇੱਕ ਕਹਾਣੀਕਾਰ ਦੇ ਤੌਰ 'ਤੇ ਉਹਨਾਂ ਦੀ ਜੋ ਪਹਿਚਾਣ ਹੈ ਉਸ 'ਤੇ ਹੀ ਆਪਾਂ ਫੋਕਸ ਕਰਾਂਗੇ ਅਤੇ ਸਿਰਫ ਆਪਾਂ ਕਹਾਣੀ ਸੰਗ੍ਰਹਿਾਂ ਦੀ ਹੀ ਗੱਲ ਕਰਾਂਗੇ ਇਹਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਜੀ ਰਘਵੀਰ ਦੇ ਜੋ ਸੰਗ੍ਰਹਿ ਨੇ ਜੀ ਕਹਾਣੀ ਸੰਗ੍ਰਹਿ, ਉਹਨਾਂ ਦੀ ਗੱਲ ਕਰਦੇ ਹਾਂ ਜੀ। ਉਹਨਾਂ ਵਿੱਚੋਂ ਜੀ ਬੋਲੀ ਧਰਤੀ 1972 ਦੇ ਵਿੱਚ, ਸ਼ਬਦਾ ਉਸ ਪਾਰ ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ। 75 ਦੇ ਵਿੱਚ ਕਾਇਆ ਕਲਪ, 80 ਦੇ ਵਿੱਚ ਤਾਂ ਕੁਰਸੀ, 88 ਦੇ ਵਿੱਚ ਅਤੇ ਸਾਨੇ ਪੰਜਾਬ ਜੋ ਸੰਗ੍ਰਹਿ ਹੈ ਜੀ ਇਹ ਕਾਫੀ ਪ੍ਰਸਿੱਧ ਹੈ ਜੀ ਉਹਨਾਂ ਦਾ। ਕਾਲੀ ਨਦੀ ਦਾ ਸਿੱਕ ਜੀ, ਇਹ ਉਹਨਾਂ ਦੇ ਸੰਗ੍ਰਹਿ ਨੇ ਜੀ ਜੋ ਕਾਫੀ ਜ਼ਿਆਦਾ ਪ੍ਰਸਿੱਧ ਹੋਏ ਨੇ। ਤਾਂ ਇਹਨਾਂ ਦੀ ਆਪਾਂ ਥੋੜ੍ਹੀ ਜਿਹੀ ਵਿਚਾਰ ਚਰਚਾ ਕਰਾਂਗੇ। ਇਹਨਾਂ ਵਿੱਚੋਂ ਜੋ ਮੁੱਖ ਕਹਾਣੀਆਂ ਨੇ ਜੀ, ਪ੍ਰਸਿੱਧ ਕਹਾਣੀਆਂ ਨੇ, ਉਹਨਾਂ ਦੀ ਥੋੜ੍ਹੀ ਜਿਹੀ ਵਿਸ਼ੇ ਦੀ ਚਰਚਾ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲੇ ਸੰਗ੍ਰਹਿ ਤੋਂ। ਪਹਿਲਾ ਸੰਗ੍ਰਹਿ ਹੈਗਾ ਜੀ ਬੋਲੀ ਧਰਤੀ। ਉਸ ਦੇ ਵਿੱਚ 1972 ਦੀ ਆਪਾਂ ਗੱਲ ਕਰ ਚੁੱਕੇ ਹਾਂ ਕਦੋਂ ਸ਼ਬਦਾ ਜੀ। ਇਹਦੇ ਵਿੱਚ 15 ਕਹਾਣੀਆਂ ਰੱਖੀਆਂ ਗਈਆਂ ਨੇ, ਉਹਨਾਂ ਦੀ ਆਪਾਂ ਜ਼ਿਕਰ ਕਰਦੇ ਹਾਂ। ਨਲਕਾ ਗਿੜਦਾ ਹੈ ਜੀ, ਇਹਨਾਂ ਦੀ ਪਹਿਲੀ ਕਹਾਣੀ ਸੀ ਅਤੇ ਪਹਿਲੇ ਹੀ ਸੰਗ੍ਰਹਿ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ। ਅਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਜੀ ਇਹ ਕਹਾਣੀਆਂ ਜੀ ਨਲਕਾ ਗਿੜਦਾ ਰਿਹਾ ਪਹਿਲਾਂ ਕਿਹੜੇ ਸੰਗ੍ਰਹਿ ਦੇ ਵਿੱਚ, ਭਾਵ ਕਿਹੜੇ ਪੱਤਰਕਾ ਦੇ ਵਿੱਚ ਛਪੀ ਸੀ, ਕਿਹੜੇ ਰਸਾਲੇ ਦੇ ਵਿੱਚ ਛਪੀ ਸੀ। ਇੱਕ ਕੁੜੀ ਦੀ ਕਹਿ ਲਓ ਜੀ ਯਾਦ ਆਈ, ਕਾਂ ਨੋਟ ਲੈ ਗਿਆ ਜੀ, ਖੁਦਕੁਸ਼ੀਆਂ, ਸਭ ਕੁਛ ਵਾਧੂ ਹੈ, ਕੁਰਕੀ, ਮੁਹਾਰ ਤੋਂ ਕਹਿ ਲਓ ਜੀ ਪੇਟੀ, ਸੂਈਆਂ, ਈਸ਼ਾ, ਕੁੱਤੇ ਕਹਿ ਲਓ ਜੀ ਮਿਜਾਜ, ਸ਼ਹਿਰੀ, ਲੋਕਾਂ ਦੀ ਫੌਜ, ਨਵੀਂ ਕਿਸਮ ਦਾ ਨਾਗ, ਮੂੰਹ 'ਤੇ ਹੱਥ, ਬੋਲੀ। ਇਹ ਉਹਨਾਂ ਦੇ 15 ਸੰਗ੍ਰਹਿ ਨੇ 15 ਕਹਾਣੀਆਂ ਨੇ ਸੰਗ੍ਰਹਿ ਦੇ ਵਿੱਚ ਸ਼ਾਮਲ। ਕਿਹੜਾ ਜੀ ਬੋਲੀ ਧਰਤੀ ਦੇ ਵਿੱਚ ਇਹਨਾਂ 15 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ। ਉਹਦੀ ਆਪਾਂ ਵਿਚਾਰ ਚਰਚਾ ਕਰਦੇ ਹਾਂ ਵਿਸ਼ੇ ਕਿਸ ਤਰ੍ਹਾਂ ਦੇ ਨੇ। ਇਸ ਸੰਗ੍ਰਹਿ ਦੇ ਵਿੱਚ ਜਿਹੜੀਆਂ ਵਿਚਲੀਆਂ ਕਹਾਣੀਆਂ ਜੀ ਉਹਨਾਂ ਵਿੱਚ ਸਕੂਲ ਅਧਿਆਪਕੀ ਕਰਨ ਦੇ ਸਮੇਂ ਜੋ ਉਹਨਾਂ ਨੂੰ ਤਲਖੀ ਅਨੁਭਵ ਹੋਏ ਨੇ ਜੀ, ਠੀਕ ਹੈ ਜੀ, ਤਲਖ ਅਨੁਭਵ ਹੋਏ, ਘਰੇਲੂ ਹਿੰਸਾ, ਭਾਰਤੀ ਸਮਾਜ ਵਿੱਚ ਮਿਹਨਤਕਸ਼ਾਂ ਦੀ ਆਰਥਿਕ ਲੁੱਟ, ਭਾਰਤ ਦੇ ਵਿੱਚ ਆਜ਼ਾਦ ਭਾਰਤ ਦੀ ਆਪਾਂ ਗੱਲ ਕਰਦੇ ਹਾਂ, ਉਸ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਆਦਿ ਵਿਸ਼ਿਆਂ ਨੂੰ ਸੋਹਿਆ ਗਿਆ ਹੈਗਾ। ਇਹਦੇ ਵਿੱਚ ਵਿਸ਼ੇ ਕਿਹੜੇ ਹੋ ਗਏ ਜੀ, ਜਿਹੜਾ ਹੈਗਾ ਤਲਖੀ ਹੋ ਗਏ ਜੀ, ਤਲਖੀ ਅਨੁਭਵ ਹੈ, ਘਰੇਲੂ ਹਿੰਸਾ, ਮਿਹਨਤਕਸ਼ਾਂ ਦੀ ਜੋ ਆਰਥਿਕ ਲੁੱਟ ਹੋਈ ਹੈ, ਭ੍ਰਿਸ਼ਟਾਚਾਰ ਇਸ ਕਹਾਣੀ ਸੰਗ੍ਰਹਿ ਦੇ ਵਿਸ਼ੇ ਹੈ। ਇਸ ਦੀਆਂ ਕੁਝ ਕਹਾਣੀਆਂ ਦੇ ਵਿੱਚ ਪ੍ਰਵਾਸੀ ਜੀਵਨ ਦੇ ਅਨੁਭਵ ਨੂੰ ਪੇਸ਼ ਕੀਤਾ ਗਿਆ, ਜਿਸ ਦੀ ਆਪਾਂ ਤਲਖੀ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ, ਜਿਨ੍ਹਾਂ ਦੇ ਵਿੱਚ ਜੋ ਪ੍ਰਵਾਸੀ ਭਾਰਤੀਆਂ ਨੂੰ ਨਸਲੀ ਵਿਤਕਰੇ ਤੋਂ ਉਹਨਾਂ ਉੱਤੇ ਹੁੰਦੇ ਤਸ਼ੱਦਦ, ਭਾਵ ਉਹਨਾਂ ਉੱਤੇ ਜੋ ਥੋੜ੍ਹਾ ਬਹੁਤਾ ਜ਼ੁਲਮ ਕੀਤਾ ਜਾ ਰਿਹਾ ਉਸ ਦੀ ਉਦਾਹਰ ਬਣਾ ਕੇ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਕੁਛ ਦੇ ਵਿੱਚ। ਇਸ ਸੰਗ੍ਰਹਿ ਦੇ ਵਿੱਚ ਬੋਲੀ ਧਰਤੀ ਦੇ ਵਿੱਚ ਉਸ ਦੀ ਆਪਾਂ ਚਰਚਾ ਕਰ ਰਹੇ ਹਾਂ।
ਬੋਲੀ ਧਰਤੀ ਜੋ ਕਹਾਣੀਆਂ ਉਸ ਦੀ ਗੱਲ ਕਰ ਰਹੇ ਹਾਂ ਜੀ, ਸੰਗ੍ਰਹਿ ਦੇ ਵਿੱਚ ਜੋ ਬੋਲੀ ਧਰਤੀ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ ਜੀ। ਇਹਦੇ ਵਿੱਚ ਕਹਾਣੀ ਕੀ ਆ, ਪ੍ਰਤੀਕਾਤਮਕ ਹੈ। ਜਿਸ ਵਿੱਚ ਜੀ ਭਾਰਤ ਮਾਤਾ ਦੇ ਪ੍ਰਤੀਕ ਦੇ ਰਾਹੀਂ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਗਾ ਕਿ ਅੱਜ ਆਜ਼ਾਦੀ ਦੇ ਕਿੰਨੇ ਸਾਲ ਹੋਣ ਬਾਅਦ ਰਾਜਨੀਤਿਕ ਨੇਤਾਵਾਂ ਅਤੇ ਸਾਰੀਆਂ ਪਾਰਟੀਆਂ ਦੁਆਰਾ ਮਿਲੀ ਭਗਤ ਦੇ ਕਾਰਨ ਦੇਸ਼ ਦੀ ਜੋ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਦੂਰ ਨਹੀਂ ਹੋਈ ਅਤੇ ਇੱਥੋਂ ਦੇ ਜੋ ਕਹਿ ਲਓ ਜੀ ਮਾਸੂਮ ਜਨਤਾ ਦੀ ਜੋ ਕਹਿ ਗਈ ਹੈ ਚੀਖ ਕਿਸੇ ਦੇ ਕੰਨੀ ਨਹੀਂ ਪੈਂਦੀ। ਭਾਵ ਆਪਦੀ ਜੋ ਰੋਜੀ ਰੋਟੀ ਦੀ ਖਾਤਰ ਭਾਵ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਕਰਨੀਆਂ ਪੈਂਦੀਆਂ ਨੇ। ਜੇਕਰ ਉਹ ਕੋਈ ਫਰਿਆਦ ਵੀ ਕਰਨਾ ਚਾਹੁੰਦੇ ਆ ਤਾਂ ਉਹ ਕਿਸੇ ਰਾਜਨੇਤਾਵਾਂ ਦੇ ਉਹਨਾਂ ਦੇ ਕੰਨਾਂ ਤੱਕ ਨਹੀਂ ਪੈਂਦੀ ਅਤੇ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲਦਾ। ਇਸ ਤਰ੍ਹਾਂ ਦਾ ਇਸ ਕਹਾਣੀ ਵਿੱਚ ਪੇਸ਼ ਕੀਤਾ ਜੀ। ਇਸ ਕਹਾਣੀ ਦੇ ਵਿੱਚ ਜਿਹੜੇ ਕਹਿ ਲਓ ਜੀ ਕਿਹਦੀ ਮਿਲੀ ਭਗਤ ਕੀਤੀ ਹੈ ਜੀ, ਰਾਜਨੀਤਿਕ ਨੇਤਾਵਾਂ ਦੀ ਅਤੇ ਪਾਰਟੀਆਂ ਦੀ ਆਪਸ ਵਿੱਚ। ਕਈ ਵਾਰ ਉਹ ਪਾਰਟੀ ਆ ਗਈ ਜੀ, ਕਈ ਵਾਰ ਉਹ ਪਾਰਟੀ ਆ ਗਈ, ਬਦਲ ਕੇ ਆਉਂਦੀਆਂ ਰਹੀਆਂ ਨੇ। ਕਿਸੇ ਤੀਸਰੀ ਪਾਰਟੀ ਨੂੰ ਨਹੀਂ ਆਉਣ ਦਿੰਦੇ, ਚਾਹੇ ਹੋਰ ਕਿਸੇ ਨੇਤਾ ਨੂੰ ਨਹੀਂ ਖੜ੍ਹਾ ਹੋਣ ਦਿੰਦੇ ਇਸ ਦੇ ਵਿੱਚ। ਤਾਂ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਗੱਦੀ ਸਿੰਨ ਜਾਵੇ, ਇਸ ਲਈ ਅਜਿਹਾ ਕਰ ਰਹੀਆਂ ਨੇ। ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਉਹ ਦੂਰ ਨਹੀਂ ਕਰ ਰਹੀਆਂ ਰਾਜਨੀਤਿਕ ਪਾਰਟੀਆਂ, ਤਾਂ ਸਿਰਫ ਉਹ ਲੋਕਾਂ ਨੂੰ ਆਪਣੇ ਤੱਕ ਕਹਿ ਲਓ ਜੀ ਇੱਕ ਤਰ੍ਹਾਂ ਦੇ ਨਾਲ ਗੁਲਾਮ ਬਣਾ ਕੇ ਹੀ ਰੱਖ ਰਹੀਆਂ ਨੇ। ਨਲਕਾ ਗਿੜਦਾ ਰਿਹਾ ਜੀ, ਪਹਿਲੀ ਕਹਾਣੀ ਆ ਉਹਨਾਂ ਦੀ, ਤਾਂ ਉਸ ਦੀ ਆਪਾਂ ਗੱਲ ਕਰਦੇ ਹਾਂ ਜੀ। ਨਲਕਾ ਗਿੜਦਾ ਰਿਹਾ ਸਭ ਤੋਂ ਪਹਿਲੀ ਕਹਾਣੀ ਹੈ ਜੀ, 1957 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਜੀ। ਬਾਅਦ ਵਿੱਚ ਇਸ ਸੰਗ੍ਰਹਿ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ। ਇਹਦਾ ਜਿਹੜਾ ਪਾਤਰ ਹੈ ਜੀ, ਰੁਲਦੂ ਵਰਗੇ ਪਾਤਰਾਂ ਦੀ ਕਹਾਣੀ ਹੈ ਜੀ, ਜੋ ਮਿਹਨਤਕਸ਼ ਨੇ, ਮਿਹਨਤ ਮਸ਼ੱਕਤ ਕਰਦੇ ਨੇ ਅਤੇ ਭਵਿੱਖ ਦੇ ਸੁਪਨੇ ਸਿਰਜਦੇ ਹਨ, ਉਹਨਾਂ ਦੀ ਸਜਾਉਂਦੇ ਆ ਅਤੇ ਉਹ ਹਮੇਸ਼ਾ ਹੀ ਸਜਾਉਂਦੇ ਰਹਿੰਦੇ ਆ ਜੀ। ਸਮਾਜ ਦੁਆਰਾ ਕਿਸੇ ਨਾ ਕਿਸੇ ਢੰਗ ਨਾਲ ਕੀਤੀ ਜਾਂਦੀ ਆਰਥਿਕ ਲੁੱਟ ਦਾ ਉਹ ਸ਼ਿਕਾਰ ਹੁੰਦੇ ਆ ਜੀ। ਨਲਕਾ ਗਿੜਦਾ ਰਿਹਾ ਜੀ, ਇਹਦੇ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਰੁਲਦੂ ਨਾਂ ਦਾ ਪਾਤਰ ਹੈ ਜੀ, ਜੋ ਬਹੁਤ ਜ਼ਿਆਦਾ ਮਿਹਨਤ ਕਰਦਾ ਅਤੇ ਉਹ ਭਵਿੱਖ ਦੇ ਸੁਪਨੇ ਸਜਾਉਂਦਾ ਕਿ ਮੈਂ ਇਸ ਤਰ੍ਹਾਂ ਕਰਾਂਗਾ, ਇਸ ਤਰ੍ਹਾਂ ਕਰਾਂਗਾ। ਤਾਂ ਉਸ ਸਮਾਜ ਦੇ ਵਿੱਚ ਜੋ ਹੋ ਰਹੀ ਹੈ ਲੁੱਟ ਖਸੁੱਟ ਜੀ ਆਰਥਿਕ ਤੌਰ 'ਤੇ ਲੋਕਾਂ ਦੀ, ਉਸ ਨੂੰ ਇਹ ਪੇਸ਼ ਕਰਦੀ ਕਹਾਣੀ ਹੈ। ਨਵੀਂ ਕਿਸਮ ਦਾ ਨਾਗ ਕਹਾਣੀ ਦੀ ਆਪਾਂ ਗੱਲ ਕਰਦੇ ਹਾਂ ਜੀ। ਇਸ ਵਿੱਚ ਇੱਕ ਕਹਿ ਲਓ ਜੀ ਇੱਕ ਅਜਿਹੇ ਅਧਿਆਪਕ ਦੀ ਕਹਾਣੀ ਹੈ ਜੋ ਸਿਰਫ ਇੱਕ ਬੱਚੀ ਨੂੰ ਪੜ੍ਹਾਉਣ ਤੋਂ ਮਨ੍ਹਾ ਇਸ ਕਰਕੇ ਕਰ ਦਿੰਦਾ ਕਿਉਂਕਿ ਉਸ ਦਾ ਰੰਗ ਕਾਲਾ ਗਾ। ਨਸਲੀ ਜੋ ਆਪਾਂ ਵਿਤਕਰੇ ਦੀ ਗੱਲ ਕਰਦੇ ਹਾਂ ਜੀ, ਭੇਦਭਾਵ ਦੀ ਗੱਲ ਕਰਦੇ ਹਾਂ ਰੰਗ ਦੇ ਆਧਾਰ 'ਤੇ, ਉਸ ਦੀ ਇਹ ਪੇਸ਼ ਕਰਦੀ ਹੋਈ ਕਹਾਣੀ ਹੈ ਜੀ। ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਅਧਿਆਪਕ ਜੋ ਮੁਸ਼ਤਾਕ ਅਹਿਮਦ ਨੂੰ ਨਸਲੀ ਵਿਤਕਰੇ ਕਰਕੇ ਆਪਣੀ ਇੱਕ ਵਿਦਿਆਰਥਣ ਨੂੰ ਪੜ੍ਹਾਉਣ ਨਹੀਂ ਦਿੱਤਾ ਜਾਂਦਾ, ਸਗੋਂ ਵਿਦਿਆਰਥਣ ਦੀ ਜਮਾਤ ਵੀ ਬਦਲਣ ਦੀ ਗੱਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਉਹ ਟੀਚਰ ਹੈਗਾ ਉਹ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਸ ਦੀ ਕਲਾਸ ਬਦਲ ਦਿੱਤੀ ਜਾਂਦੀ ਹੈ। ਤਾਂ ਇਸ ਤਰ੍ਹਾਂ ਦਾ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਹੋਇਆ ਮਿਲਦਾ ਗਾ ਆਪਾਂ ਨੂੰ, ਅਤੇ ਉਸ ਨੂੰ ਪੜ੍ਹਾਇਆ ਨਹੀਂ ਜਾਂਦਾ ਗਾ। ਉਹ ਇਸ ਕਹਾਣੀ ਦੇ ਵਿੱਚ ਇੱਕ ਨਵੀਂ ਕਿਸਮ ਦਾ ਨਾਗ ਜੋ ਲੋਕਾਂ ਦੇ ਮਨਾਂ ਦੇ ਵਿੱਚ ਸਮਾਇਆ ਹੋਇਆ ਉਸ ਦੀ ਇਹ ਗੱਲ ਕਰਦੀ ਹੈ। ਕਿਹੜਾ ਜੋ ਜੀ ਵਿਤਕਰੇ ਦਾ, ਨਸਲੀ ਵਿਤਕਰੇ ਦਾ, ਉਹਦੀ ਗੱਲ ਕਰਦਾ ਹੋਇਆ ਇਹ ਕਹਾਣੀ ਹੈਗੀ ਆ, ਜਿਸ ਦੇ ਵਿੱਚ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀ ਹੈ ਜੀ, ਕਮੈਂਟ ਕਰਕੇ ਦੱਸਿਓ ਜੀ। ਉਸ ਪਾਰ ਜੋ ਆਪਣਾ ਕਹਾਣੀ ਸੰਗ੍ਰਹਿ ਹੈ ਜੀ, ਇਸ ਦੇ ਵਿੱਚ ਕਹਿ ਲਓ ਜੀ 12 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਦੇ ਵਿੱਚ ਪਹਿਲੀ ਕਹਾਣੀ ਕਿਹੜੀ ਹੈ, ਕਹਾਣੀ ਦਾ ਸੰਗ੍ਰਹਿ ਦਾ ਜੋ ਨਾਮ ਹੈ ਉਹੀ ਹੋਏਗੀ ਜੀ ਮੋਰ ਮਣੀ ਮੋਹਨ ਫਰੀਡਮ, ਤੀਸਰੀ ਅੱਖ, ਲਾਲ ਲਕੀਰ, ਨਪੱਤੀ ਦੀ ਚੀਕ, ਡਰਟੀ ਕਲਰ, ਮਹਾਕਾਵ ਦੀ ਮੌਤ, ਹੂੰ, ਤੁਸੀਂ ਲੋਕ, ਨਵੀਂ ਕਿਸਮ ਦਾ ਨਾਗ ਅਤੇ ਅਟੁੱਟ ਮਿਲਾਪ ਅਤੇ ਬਦਬੂ ਤੋਂ ਖੁਸ਼ਬੂ ਤੱਕ ਦੀ ਜੋ ਇਹ ਕਹਾਣੀਆਂ ਨੇ ਜੀ 12 ਇਹਦੇ ਵਿੱਚ ਰਿਪੀਟ ਕਹਾਣੀ ਕਿਹੜੀ ਹੈ ਜੀ, ਨਵੀਂ ਕਿਸਮ ਦਾ ਨਾਗ। ਬੈਕ ਰਿਪੀਟ ਕਿਹੜੇ ਸੰਗ੍ਰਹਿ ਦੇ ਵਿੱਚ ਸ਼ਾਮਲ ਹੋਈ ਹੈ ਜੀ, ਉਹਦਾ ਤੁਸੀਂ ਨਾਂ ਦੱਸਣਾ ਕਮੈਂਟ ਬਾਕਸ ਦੇ ਵਿੱਚ। ਆਪਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਕਿਹੜੇ ਵਿਸ਼ੇ ਨੇ ਸੰਗ੍ਰਹਿ ਦੇ ਵਿੱਚ ਪੇਸ਼ ਕੀਤੇ ਜੀ। ਇਸ ਦੇ ਵਿੱਚ ਆਪਾਂ ਪ੍ਰਵਾਸੀ ਜੀਵਨ ਨੂੰ ਪੇਸ਼ ਕੀਤਾ ਗਿਆ ਜੀ। ਕਹਾਣੀਆਂ ਦੇ ਵਿੱਚ ਜੋ ਪ੍ਰਵਾਸੀ ਜੀਵਨ ਹੈ ਜੀ, ਇਸ ਸੰਗ੍ਰਹਿ ਵਿਚਲੀਆਂ ਲਗਭਗ ਸਾਰੀਆਂ ਕਹਾਣੀਆਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਇੰਗਲੈਂਡ ਗਏ ਭਾਰਤੀ ਅਤੇ ਹੋਰ ਕਹਿ ਲਓ ਜੀ ਮੁਲਕਾਂ ਦੇ ਵਿੱਚ ਗਏ ਲੋਕਾਂ ਦੇ ਸੰਘਰਸ਼, ਉਹਨਾਂ ਦੇ ਸਰੀਰਕ, ਭਾਵਕ ਅਤੇ ਮਾਨਸਿਕ ਜੋ ਸੰਤਾਪ ਹੈ ਜੀ, ਉਸ ਨੂੰ ਪੂਰੀ ਸ਼ਿੱਦਤ ਦੇ ਨਾਲ ਬਿਆਨ ਕਰਦੀਆਂ ਹਨ। ਬਰਤਾਨਵੀ ਜੋ ਸਿੱਖਿਆ ਹੈਗੀ ਆ ਸੰਸਥਾਵਾਂ ਨੇ ਦਫ਼ਤਰਾਂ ਵਿੱਚ ਆਮ ਜਨਤਾ ਨਾਲ ਜੋ ਨਸਲੀ
ਨਫ਼ਰਤ ਕਰਨ ਦੇ ਨਾਲ ਜੋ ਉਹਨਾਂ ਨੂੰ ਸੰਤਾਪ ਹੰਢਾਉਣਾ ਪੈਂਦਾ ਉਸ ਦੀ ਪੇਸ਼ਕਾਰੀ ਇਹ ਕਹਾਣੀ ਕਰਦੀ ਹੈ। ਇਸ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਜੀ 1975 ਦੇ ਵਿੱਚ ਪੁਰਸਕਾਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਇਸ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੁੰਦੀ ਹੈ। ਇਹ ਸੰਗ੍ਰਹਿ ਹੈ ਜੋ ਉਸ ਪਾਰ ਜੋ ਸੰਗ੍ਰਹਿ ਦੇ ਵਿੱਚ ਵੱਖ-ਵੱਖ ਕਹਾਣੀਆਂ ਨੇ ਜੀ, ਬਾਹਰਲੇ ਦੇਸ਼ਾਂ ਦੀ ਗੱਲ ਕਰਦੀਆਂ ਨੇ। ਇੰਗਲੈਂਡ ਦੇ ਵਿੱਚ ਜੋ ਭਾਰਤੀ ਨੇ ਜੀ ਉਹਨਾਂ ਦੀ ਗੱਲ ਕਰਦੇ ਆ, ਹੋਰ ਦੇਸ਼ਾਂ ਦੇ ਵਿੱਚ ਭਾਰਤੀ ਨੇ ਜੀ ਉਹਨਾਂ ਦਾ ਜੋ ਸਰੀਰਕ ਗੱਲ ਕਰਦੇ ਹਾਂ ਜੀ, ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਜੋ ਸੰਤਾਪ ਹੰਢਾਉਂਦੇ ਨੇ ਜੀ, ਉਹਨਾਂ ਨੂੰ ਪੂਰੀ ਸ਼ਿੱਦਤ ਨਾਲ ਉਹਨਾਂ ਦੀ ਸ਼ਿੱਦਤ ਹੈ, ਮਿਹਨਤ ਨੂੰ ਬਿਆਨ ਕਰਦੀ ਕਹਾਣੀ ਹੈ। ਅਤੇ ਵੱਖ-ਵੱਖ ਥਾਵਾਂ 'ਤੇ ਬਰਤਾਨਵੀ ਸਿੱਖਿਆ ਸੰਸਥਾਵਾਂ ਵਿੱਚ, ਦਫ਼ਤਰਾਂ ਵਿੱਚ, ਆਮ ਲੋਕਾਂ ਦੇ ਵਿੱਚ ਜੋ ਨਸਲੀ ਵਿਤਕਰਾ ਕੀਤਾ ਜਾਂਦਾ ਉਸ ਦੀ ਪੇਸ਼ਕਾਰੀ ਕਰਦੀ ਹੈ ਜੀ। ਅਤੇ ਭਾਸ਼ਾ ਵਿਭਾਗ ਦੇ ਵੱਲੋਂ ਇਹਨੂੰ ਸਨਮਾਨਿਤ ਕੀਤਾ ਗਿਆ ਸੀ, ਪੁਰਸਕਾਰ ਕੀਤਾ ਗਿਆ ਸੀ ਇਸ ਕਹਾਣੀ ਸੰਗ੍ਰਹਿ ਦੇ ਲਈ। ਆਪਾਂ ਗੱਲ ਕਰਦੇ ਹਾਂ ਜੀ ਕਹਾਣੀ ਦੇ ਵਿੱਚ ਉਸ ਪਾਰ ਦੇ ਵਿੱਚ। ਇਸ ਵਿੱਚ ਇੱਕ ਰੁਜ਼ਗਾਰ ਦੀ ਤਲਾਸ਼ ਵਿੱਚ ਵਤਨੋਂ ਬੇਵਤਨ ਹੋਏ ਲੋਕਾਂ ਦੇ ਸੰਘਰਸ਼ ਦੀ ਗਾਥਾ ਹੈ, ਜੋ ਗੈਰ ਮੁਲਕ ਦੀ ਕਹਿ ਲਓ ਜੀ ਹੋਰ ਕਿਸੇ ਮੁਲਕ ਵਿੱਚ ਜਾ ਕੇ ਭੇਦਭਾਵ ਜੋ ਨਸਲੀ ਭੇਦਭਾਵ ਹੈ ਉਸ ਦਾ ਸ਼ਿਕਾਰ ਹੁੰਦੇ ਹਨ। ਇਹ ਉਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਜੀ ਉਸ ਪਾਰ ਆਪਣਾ ਦੇਸ਼ ਛੱਡ ਕੇ ਦੂਸਰੇ ਪਾਸੇ ਜਾਣਾ ਜੀ, ਇੱਕ ਉਸ ਦੀ ਤਰ੍ਹਾਂ ਦੀ ਕਹਾਣੀ ਨੂੰ ਪੇਸ਼ ਕਰਦੀ ਹੋਈ ਹੈ ਕਿ ਜਿਸ ਦੇ ਵਿੱਚ ਲੋਕ ਰੁਜ਼ਗਾਰ ਦੀ ਖਾਤਰ ਜਾ ਰਹੇ ਆ, ਆਪਦੇ ਦੇਸ਼ ਦੇ ਛੱਡ ਕੇ ਬੇਵਤਨ ਹੋ ਜਾਂਦੇ ਆ। ਲੋਕਾਂ ਦੇ ਸੰਘਰਸ਼ ਦੀ ਗਾਥਾ ਜੀ, ਉੱਥੇ ਗੈਰ ਮੁਲਕ ਦੇ ਵਿੱਚ ਜਿੱਥੇ ਗਏ ਆ ਉੱਥੇ ਉਹਨਾਂ ਨਾਲ ਜੋ ਨਸਲੀ ਭੇਦਭਾਵ ਹੋ ਰਿਹਾ ਜੀ ਉਸ ਦੀ ਪੇਸ਼ ਕਰਦੀ ਹੋਈ ਇਹ ਕਹਾਣੀ ਹੈ। ਮੋਰ ਮਨੀ ਮੋਰ ਫਰੀਡਮ। ਇਸ ਵਿੱਚ ਪੈਸੇ ਅਤੇ ਆਜ਼ਾਦੀ ਦੀ ਕਹਿ ਲਓ ਜੀ ਭਾਲ ਵਿੱਚ ਵਤਨੋਂ ਦੂਰ ਗਏ ਲੋਕਾਂ ਨੂੰ, ਬੇਵਤਨ ਹੋਏ ਲੋਕਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਹੋਈ ਕਹਾਣੀ ਹੈ। ਇਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਹੈ ਗੱਲ ਕੀਤੀ ਹੋਈ ਹੈ। ਮੋਰ ਮਨੀ ਜ਼ਿਆਦਾ ਪੈਸਾ ਜਿਹਦਾ, ਜ਼ਿਆਦਾ ਆਜ਼ਾਦੀ ਉਸ ਦੀ ਗੱਲ ਕਰਦੀ ਹੋਈ ਹੈ ਇਹ ਕਹਾਣੀ ਹੈ ਜੀ। ਪੈਸੇ ਅਤੇ ਆਜ਼ਾਦੀ ਦੀ ਭਾਲ ਵਿੱਚ ਵਤਨ ਨੂੰ ਆਪਦੇ ਨੂੰ ਛੱਡ ਕੇ ਬੇਵਤਨ ਹੋਏ ਨੇ ਜੀ ਲੋਕਾਂ ਦੀ, ਉਹਨਾਂ ਦੇ ਜਜ਼ਬਾਤਾਂ ਦੀ, ਉਹਨਾਂ ਦੀਆਂ ਭਾਵਨਾਵਾਂ ਦੀ ਗੱਲ ਕਰਦੀ ਹੋਈ ਇਹ ਕਹਾਣੀ ਹੈਗੀ ਹੈ ਮੋਰ ਮਨੀ ਮੋਰ ਫਰੀਡਮ। ਇੱਕ ਹੋਰ ਕਹਾਣੀ ਹੈ ਜੀ ਡਰਟੀ ਕਲਰ, ਕਾਫੀ ਪ੍ਰਸਿੱਧ ਹੈ। ਡਰਟੀ ਕਲਰ ਕਹਾਣੀ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਜੋ ਹੁੰਦੇ ਰੰਗ ਭੇਦਭਾਵ ਦੇ ਵਿਤਕਰੇ ਨੂੰ ਉਜਾਗਰ ਕਰਦੀ ਹੋਈ ਕਹਾਣੀ ਹੈ ਜੀ, ਜੋ ਆਪਣਾ ਵਤਨ ਛੱਡ ਕੇ ਜੀ ਰੁਜ਼ਗਾਰ ਦੀ ਖਾਤਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਗੋਰੇ ਵਰਗ ਦੇ ਲੋਕ ਨਹੀਂ ਜੀ, ਉਹਨਾਂ ਦੇ ਪਾਤਰਾਂ ਦੇ ਭੇਦਭਾਵ ਦਾ ਜੀ ਸ਼ਿਕਾਰ ਹੁੰਦੇ ਆ ਜੀ, ਜੋ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਗਏ ਆ। ਠੀਕ ਹੈ ਜੀ, ਉਸ ਤੋਂ ਬਾਅਦ ਗੋਰੇ ਵਰਗੇ ਜੋ ਗੋਰਾ ਵਰਗ ਹੈਗਾ ਜੀ ਉਹਨਾਂ ਦੇ ਵਰਗੇ ਜੋ ਪਾਤਰ ਨੇ ਜੀ ਉਹਨਾਂ ਦੇ ਭੇਦਭਾਵ ਦਾ ਸ਼ਿਕਾਰ ਹੁੰਦੇ ਨੇ ਜੀ। ਇਸ ਕਹਾਣੀ ਦੇ ਵਿੱਚ ਜਿੱਥੇ ਕਹਿ ਲਓ ਜੀ ਰੰਗ ਭੇਦਭਾਵ ਸੰਬੰਧੀ ਵਿਤਕਰੇ ਨੂੰ ਪੇਸ਼ ਕੀਤਾ ਗਿਆ ਜੀ, ਉੱਥੇ ਵਤਨ ਦੇ ਖਿਆਲਾਂ ਦੀਆਂ ਉਡਾਰੀਆਂ ਨੂੰ, ਕਾਲਪਨਿਕ ਸੋਹਾਂ ਨੂੰ ਦੇ ਕੇ ਟੁੰਬਣ ਦਾ ਯਤਨ ਵੀ ਕੀਤਾ ਗਿਆ ਜੀ। ਇਸ ਡਰਟੀ ਕਲਰ ਦਾ ਨਾਮ ਤੋਂ ਹੀ ਪਤਾ ਲੱਗ ਜਾਂਦਾ ਜੀ ਕਿ ਜੋ ਪ੍ਰਵਾਸੀਆਂ ਦੇ ਨਾਲ ਭੇਦਭਾਵ ਹੁੰਦਾ ਜੀ ਉਸ ਦੀ ਪੇਸ਼ਕਾਰੀ ਕਰਦੀ ਹੋਈ ਕਹਾਣੀ ਹੈ। ਤਾਂ ਜੋ ਰੁਜ਼ਗਾਰ ਦੀ ਖਾਤਰ ਕਿੱਥੇ ਗਿਆ ਜੀ ਇੰਗਲੈਂਡ ਦੇ ਵਿੱਚ, ਉੱਥੇ ਦੀ ਧਰਤੀ ਦੇ ਜੋ ਉਹਨਾਂ ਨਾਲ ਭੇਦਭਾਵ ਹੁੰਦਾ ਜੀ ਰੰਗ ਦੇ ਆਧਾਰ 'ਤੇ। ਉਸ ਤੋਂ ਬਿਨਾਂ ਜੀ ਰੰਗ ਦੇ ਆਧਾਰ 'ਤੇ ਭੇਦਭਾਵ ਹੁੰਦਾ ਤਾਂ ਜੋ ਭੇਦਭਾਵ ਦੀ ਗੱਲ ਕੀਤੀ ਹੋਈ ਹੈ। ਅਤੇ ਨਾਲ ਦੀ ਨਾਲ ਵਤਨਾਂ ਦੇ ਖਿਆਲ ਆਉਂਦੇ ਨੇ ਜੀ, ਜੋ ਉਹਨਾਂ ਦੀਆਂ ਜੋ ਕਲਪਨਾ ਦੇ ਵਿੱਚ ਉਡਾਰੀਆਂ ਚੱਲਦੀਆਂ ਨੇ ਜੀ, ਉਹਨਾਂ ਨੂੰ ਸੋਹਾਂ ਦਿੱਤੀਆਂ ਗਈਆਂ ਨੇ, ਅਲੱਗ ਹੀ ਸੋਹਾਂ ਦਿੱਤੀਆਂ ਗਈਆਂ ਨੇ, ਜਿਸ ਦੇ ਨਾਲ ਉਹਨਾਂ ਨੂੰ ਟੁੰਬਣ ਦਾ ਯਤਨ ਕੀਤਾ, ਉਹਨਾਂ ਦੇ ਖਿਆਲਾਂ ਨੂੰ, ਜਜ਼ਬਾਤਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੋਇਆ ਕਿਹਦੇ ਵਿੱਚ, ਡਰਟੀ ਕਲਰ ਕਹਾਣੀ ਦੇ ਵਿੱਚ। ਅਗਲਾ ਕਹਾਣੀ ਸੰਗ੍ਰਹਿ ਹੈ ਜੀ ਜਿਸ ਦੀ ਆਪਾਂ ਗੱਲ ਕਰਦੇ ਹਾਂ ਜੀ ਕਾਇਆ ਕਲਪ, ਜਿਸ ਦੇ ਵਿੱਚ 12 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਗਾ। ਇਸ ਦੇ ਵਿੱਚ ਕਾਇਆ ਕਲਪ ਦੇ ਵਿੱਚ ਫਸਟ ਕਹਾਣੀ ਉਹੀ ਕਹਾਣੀ ਦਾ ਸਿਰਲੇਖ ਹੀ ਹੁੰਦਾ ਜੀ। ਸੱਪ ਦੀ ਅੱਖ, ਕਿਰਨ, ਵਾਸੜ, ਪੁਨਰ ਜਨਮ, ਸੰਕਾਰ, ਖਾਨਾ ਬਦੋਸ਼, ਬਰਾਦਰੀ, ਤਾਂ ਲక్ష్ਮੀ, ਦਲ ਟੇਵੇ। ਇਹਨਾਂ ਵਿੱਚੋਂ ਕਾਫੀ 12 ਕਹਾਣੀਆਂ ਦੇ ਵਿੱਚੋਂ ਕਾਫੀ ਪ੍ਰਸਿੱਧ ਨੇ ਜੀ, ਜਿਨ੍ਹਾਂ ਦੀ ਆਪਾਂ ਚਰਚਾ ਕਰਾਂਗੇ। ਜਿਹਦੇ ਵਿੱਚੋਂ ਬਰਾਦਰੀ ਦੀ ਗੱਲ ਕਰੀਏ ਜੀ, ਖਾਨਾ ਬਦੋਸ਼ ਦੀ ਗੱਲ ਕਰੀਏ ਜੀ, ਸੰਕਾਰ, ਪੁਨਰ ਜਨਮ ਅਤੇ ਸੱਪ ਦੀ ਅੱਖ, ਕਾਇਆ ਕਲਪ ਤਾਂ ਹੈਗੀ ਹੈ ਜੀ, ਇਸੇ ਕਰਕੇ ਉਹਦਾ ਸਰਨੇਮ ਹੈ ਟੇਵੇ। ਇਹ ਕਾਫੀ ਪ੍ਰਸਿੱਧ ਕਹਾਣੀਆਂ ਨੇ ਜੀ। ਇਸ ਕਹਾਣੀ ਸੰਗ੍ਰਹਿ ਦੇ ਆਪਾਂ ਵਿਸ਼ੇ ਦੀ ਗੱਲ ਕਰੀਏ ਜੀ ਤਾਂ ਇਸ ਵਿੱਚ ਸਮਾਜ, ਸੱਭਿਆਚਾਰ, ਧਰਮ, ਰਾਜਨੀਤੀ ਤੋਂ ਉੱਪਰ ਕਹਿ ਲਓ ਜੀ ਟਿੱਪਣੀ ਕੀਤੀ ਗਈ ਹੈ ਅਤੇ ਸਮਾਜ ਦੇ ਹਰ ਵਰਤਾਰੇ ਨੂੰ ਸੂਖਮ ਵਿਅੰਗ ਅਤੇ ਕਟਾਕਸ ਵਿਧੀ ਦੇ ਰਾਹੀਂ ਰੂਪਮਾਨ ਕੀਤਾ ਗਿਆ ਇਸ ਸੰਗ੍ਰਹਿ ਦੇ ਵਿੱਚ। ਕਿਹੜੇ ਸੰਗ੍ਰਹਿ ਦੇ ਵਿੱਚ ਜੀ? ਕਾਇਆ ਕਲਪ ਦੇ ਵਿੱਚ।
ਕਾਇਆ ਕਲਪ ਕਹਾਣੀ ਹੈ ਅਤੇ ਸੰਕਾਰ ਵਰਗੀਆਂ ਕਹਾਣੀਆਂ ਦੇ ਵਿੱਚ ਜੀ ਭਾਰਤੀ ਰਾਜਨੀਤੀ ਦੇ ਜੋ ਹਨੇਰੇ ਕਾਲ ਭਾਵ ਐਮਰਜੈਂਸੀ ਦੇ ਹਾਲਾਤਾਂ ਨੂੰ ਵਿਅੰਗਮਈ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਕਿਹੜੀਆਂ ਕਹਾਣੀਆਂ ਦੇ ਵਿੱਚ ਜੀ ਕਾਇਆ ਕਲਪ ਦੇ ਸੰਕਾਰ ਦੇ ਵਿੱਚ ਇਹਨਾਂ ਦੇ ਰਾਜਨੀਤਿਕ ਜੋ ਹਨੇਰੇ ਦੀ ਗੱਲ ਕੀਤੀ ਹੋਈ ਹੈ। ਐਮਰਜੈਂਸੀ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਸੀ ਉਸ ਸਮੇਂ ਦੇ ਹਾਲਾਤਾਂ 'ਤੇ ਵਿਅੰਗ ਕਰਦੀਆਂ ਹੋਈਆਂ ਕਹਾਣੀਆਂ ਨੇ ਜੀ। ਇਸ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਾ। ਕੁਰਸੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ ਤਾਂ ਇਸ ਦੇ ਵਿੱਚ 15 ਕਹਾਣੀਆਂ ਨੇ ਜੀ। ਕੁਰਸੀ, ਸ਼ੇਸ਼ਨਾਗ, ਡਸਟਬਿਨ, ਸਾਈਲੌਕ, ਫੇਰ ਜਿੱਤ ਗਿਆ ਜੀ, ਵਾਲਡੀ, ਮੇਅਰ, ਡੋਨਾਲ ਅਤੇ ਆਜੜੀ ਦਾ ਕੁੱਤਾ, ਮਲਬਾ, ਸਿਰ, ਖਜ਼ਾਨਿਆਂ ਵਾਲੇ ਦਰੱਖਤ, ਆਪਣੇ ਪਰਾਏ, ਮੌਤ, ਗਧੇ, ਚਿੜੀਆਂ। ਇਸ ਤਰ੍ਹਾਂ ਦੀਆਂ ਇਹਦੇ ਵਿੱਚ 15 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਕੁਰਸੀ ਦੇ ਵਿੱਚ। ਤਾਂ ਉਹਦੀ ਆਪਾਂ ਗੱਲ ਕਰਦੇ ਹਾਂ। ਇਸ ਦੇ ਵਿੱਚ ਗੱਲ ਕਿਹਦੀ ਕੀਤੀ ਹੋਈ ਆ ਉਸ ਦੀ ਆਪਾਂ ਗੱਲ ਕਰਦੇ ਹਾਂ ਜੀ। ਪੂੰਜੀਵਾਦੀ ਅਰਥ ਦੀ ਆਪਾਂ ਅਰਥਤੰਤਰ ਦੁਆਰਾ ਜੀ ਗੱਲ ਕਰ ਰਹੇ ਹਾਂ। ਅਰਥਤੰਤਰ ਦੇ ਦੁਆਰਾ ਵਿਕਾਸ ਦੇ ਨਾਂ 'ਤੇ ਆਮ ਜਨਤਾ ਅਤੇ ਮਿਹਨਤਕਸ਼ਾਂ ਦਾ ਜੋ ਜੀ ਆਪਣੀ ਸ਼ੋਸ਼ਣਕਾਰੀ ਨੀਤੀਆਂ ਰਾਹੀਂ ਦਮਨ ਕਰਨਾ ਗਾ ਜੀ। ਜੋ ਪੂੰਜੀਵਾਦੀ ਵਰਗ ਹੈ ਜੀ ਉਹ ਭਾਵ ਵਿਕਾਸ ਦੇ ਨਾਂ 'ਤੇ ਜੀ ਆਮ ਜਨਤਾ ਨੂੰ ਜੋ ਮਿਹਨਤਕਸ਼ਾਂ ਨੂੰ ਭਾਵ ਸ਼ੋਸ਼ਣ ਕਰ ਰਹੀ ਹੈ ਉਹ ਨੀਤੀਆਂ ਦਾ ਦਮਨ ਇਸ ਕਹਾਣੀ ਦੇ ਵਿੱਚ ਕੀਤਾ ਗਿਆ ਜੀ। ਉਹਨਾਂ ਦੇ ਸੱਭਿਆਚਾਰਕ ਵਿਰਸੇ ਨੂੰ ਢਾਹ ਲਾਉਂਦੀ ਹੈ। ਧਰਮ ਦੇ ਨਾਂ 'ਤੇ ਉਹਨਾਂ ਦੀ ਜ਼ਿੰਦਗੀ ਨੂੰ ਕੀ ਆ ਅੱਗ ਵਿੱਚ ਰੋਕਣਾ, ਅੱਗ ਵਿੱਚ ਜਾਣ ਤੋਂ ਰੋਕਦੀ ਹੈ। ਅਤੇ ਵਿਸ਼ਿਆਂ ਨੂੰ ਜੋ ਹੈਗੀ ਹੈ ਜੀ ਵੱਖ-ਵੱਖ ਭਾਵ ਧਰਮ ਦੇ ਨਾਂ 'ਤੇ ਜੀ ਲੋਕਾਂ ਵਿੱਚ ਲੜਾਈ ਝਗੜੇ ਕਰਾ ਰਹੇ ਨੇ ਜੀ ਉਹਨਾਂ ਦੀ ਉਸ ਤਰ੍ਹਾਂ ਦੀ ਪੇਸ਼ਕਾਰੀ ਕਰਦੀ ਹੈ ਕਿ ਉਹਨਾਂ ਨੂੰ ਬਚਾਉਂਦੀ ਹੈ। ਇਸ ਤਰ੍ਹਾਂ ਦਾ ਇੱਕ ਕਹਿ ਸਕਦੇ ਹਾਂ ਆਪਾਂ। ਤਾਂ ਇਸ ਸੰਗ੍ਰਹਿ ਦੇ ਵਿੱਚ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ। ਕਿਹਦੇ ਜੀ ਮਿਹਨਤਕਸ਼ਾਂ ਦੀ ਜੋ ਗੱਲ ਕੀਤੀ ਆ ਉਹਨਾਂ ਦਾ ਸ਼ੋਸ਼ਣ ਕਰਦਾ ਕੌਣ ਹੈ ਜੀ, ਪੂੰਜੀਪਤੀ ਵਰਗ, ਉਸ ਦੀ ਪੇਸ਼ਕਾਰੀ ਕਰਦੀ ਹੈ। ਸਮਾਜਿਕ ਵਿਰਸੇ ਦੀ ਹੈ ਜੀ ਢਾਹ ਲੱਗ ਰਹੀ ਹੈ ਜੀ। ਧਰਮ ਦੇ ਨਾਂ 'ਤੇ ਜੋ ਉਹਨਾਂ ਦੇ ਨਾਲ ਕਹਿ ਲਓ ਜੀ ਇੱਕ ਵੱਖਰੀ ਹੀ ਅੱਗ ਦੇ ਵਿੱਚ ਸੁੱਟਿਆ ਜਾ ਰਿਹਾ ਜੀ ਉਸ ਦੀ ਜ਼ਿੰਦਗੀਆਂ ਨੂੰ, ਠੀਕ ਹੈ ਜੀ, ਉਸ ਦੀ ਪੇਸ਼ਕਾਰੀ ਕਰਦੀ ਹੈ। ਕੁਰਸੀ ਕਹਾਣੀ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਦਾ ਕੇਂਦਰੀ ਪਾਤਰ ਅਰਜਨ ਅਮਲੀ ਜੋ ਦੁਖਾਂਤ ਦੇ ਰਾਹੀਂ ਪੰਜਾਬ ਦੇ ਸੱਭਿਆਚਾਰਕ ਨਿਘਾਰ ਨੂੰ ਪੇਸ਼ ਕੀਤਾ ਗਿਆ ਗਾ ਸੀ। ਕੁਰਸੀ ਕਹਾਣੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜੀ ਇੱਕ ਪਾਤਰ ਹੈ ਅਰਜਨ ਅਮਲੀ ਹੈ ਜੀ, ਉਹਦੇ ਦੁਖਾਂਤ ਨੂੰ ਇਸ ਕਹਾਣੀ ਦੇ ਰਾਹੀਂ ਪੇਸ਼ ਕੀਤਾ ਗਿਆ ਜੀ। ਪੰਜਾਬ ਦੇ ਜੋ ਸੱਭਿਆਚਾਰਕ ਖੇਤਰ ਦੇ ਵਿੱਚ ਆ ਰਿਹਾ ਗਾ ਉਸ ਦੀ ਪੇਸ਼ ਕਰਦੀ ਕਹਾਣੀ ਹੈ। ਕਾਲੀ ਨਦੀ ਦਾ ਸੇਕ ਸੰਗ੍ਰਹਿ ਦੀ ਆਪਾਂ ਗੱਲ ਕਰਦੇ ਹਾਂ ਜੀ। ਇਸ ਦੇ ਵਿੱਚ 11 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ, ਠੀਕ ਹੈ ਜੀ, ਉਸ ਦੀ ਆਪਾਂ ਗੱਲ ਕਰ ਰਹੇ ਹਾਂ। ਪਹਿਲੀ ਜਦੋਂ ਆਪਾਂ ਗੱਲ ਕਰਦੇ ਹਾਂ ਕਾਲੀ ਨਦੀ ਦਾ ਸੇਕ, ਬਲਦ, ਚਾਰਕ, ਵਾਕ, ਚੇਨੀ, ਉਖਲੀ, ਉਸ ਤੋਂ ਇਲਾਵਾ ਜੀ ਦਾਇਰ ਤੋਂ ਪਾਰ, ਮਣਕੇ 'ਤੇ ਲੜੀਆਂ, ਬਾਹਰੋਂ ਆਏ ਲੋਕ, ਲਹੂ ਨਾਲ ਖਿੱਚੀਆਂ ਲਕੀਰਾਂ, ਸਰਾਲ, ਅਧੂਰੀ ਕਹਾਣੀ। ਇਹਦੇ ਵਿੱਚ 11 ਕਹਾਣੀਆਂ ਨੇ ਸ਼ਾਮਲ ਕੀਤੀਆਂ ਗਈਆਂ ਇਸ ਸੰਗ੍ਰਹਿ ਦੇ ਵਿੱਚ। ਜਿਹੜੀ ਕਹਾਣੀ ਸੰਗ੍ਰਹਿ ਦਾ ਸਿਰਲੇਖ ਹੁੰਦਾ ਜੀ ਉਸ ਨਾਂ 'ਤੇ ਕਹਾਣੀ ਵੀ ਹੁੰਦੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ। ਤਾਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਨੇ ਕਹਾਣੀਆਂ ਇਹ ਨੇ 10 ਕਹਾਣੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਨੇ ਜੀ। 10 ਪੂਰੀਆਂ ਕਹਾਣੀਆਂ, ਇੱਕ ਅਧੂਰੀ ਕਹਾਣੀ ਸਮੇਤ ਅਧੂਰੀ ਕਹਾਣੀ ਇਹਦੀ ਗੱਲ ਕੀਤੀ ਹੋਈ ਹੈ। ਇਸ ਕਹਾਣੀ ਦੇ ਵਿੱਚ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ। ਇਸ ਵਿੱਚ ਮਨੁੱਖੀ ਸਮਾਜ ਵਿੱਚ ਜਾਤੀ ਵਖਰੇਵੇਂ, ਮਜ਼ਹਬੀ ਨਫ਼ਰਤ, ਸਾੜ, ਈਰਖਾ, ਬੇਇਨਸਾਫੀ, ਬੇਈਮਾਨੀ ਦੇ ਨਾਲ ਵਹਿੰਦੀ ਹੋਈ ਕਾਲੀ ਨਦੀ ਦੇ ਸੇਕ ਨਾਲ ਸੂਹੇ ਜਾ ਰਹੇ ਨੇ ਜੀ। ਮਨੁੱਖਾਂ 'ਤੇ ਤਹਿਸ ਨਹਿਸ ਹੁੰਦੇ ਸਮਾਜਿਕ ਮੁੱਲਾਂ ਵਿਧਾਨ ਨੇ ਜੀ ਉਹਨਾਂ ਦੀ ਬਾਤ ਪਾਉਂਦੀਆਂ ਨੇ ਇਹ ਕਹਾਣੀਆਂ ਦੇ ਪਾਤਰ ਜੀ ਇਸ ਕਾਲੀ ਨਦੀ ਦੇ ਸੇਕ ਤੋਂ ਦੂਰ ਜਾਣ ਅਤੇ ਮਨੁੱਖੀ ਹਸਤੀ ਨੂੰ ਬਚਾ ਕੇ ਰੱਖਣ ਲਈ ਲਗਾਤਾਰ ਯਤਨਸ਼ੀਲ ਹੁੰਦੇ ਨੇ ਜੀ। ਆਪਾਂ ਇਹ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਜੀ ਇਹਦੇ ਵਿੱਚ ਵੱਖ-ਵੱਖ ਵਿਸ਼ੇਸ਼ ਹੋਏ ਨੇ ਜੀ। ਪਹਿਲਾਂ ਤਾਂ ਜੀ ਜਾਤੀ ਵਿਤਕਰੇ ਦੀ ਗੱਲ ਕੀਤੀ ਹੈ, ਮਜ਼ਹਬੀ ਜੋ ਧਰਮ ਦੇ ਨਾਂ 'ਤੇ ਜੀ ਨਫ਼ਰਤ ਫੈਲਦੀ ਹੈ ਉਸ ਦੀ ਗੱਲ, ਸਾੜ, ਈਰਖਾ, ਬੇਇਨਸਾਫੀ, ਬੇਈਮਾਨੀ, ਇਹਦੇ ਵਿੱਚ ਇਹ ਸਾਰੇ ਵਿਸ਼ੇ ਪੇਸ਼ ਕੀਤੇ ਨੇ। ਮਨੁੱਖਾਂ ਦੇ ਜੀ ਹੋਰ ਗੱਲ ਕੀਤੀ ਹੋਈ ਹੈ, ਮਨੁੱਖਾਂ ਦੇ ਜੋ ਸਮਾਜਿਕ ਮੁੱਲਾਂ ਨੇ, ਕਦਰਾਂ ਕੀਮਤਾਂ ਨੇ ਜੋ ਤਹਿਸ ਨਹਿਸ ਹੋ ਰਹੀਆਂ ਨੇ ਉਸ ਦੀ ਪੇਸ਼ਕਾਰੀ ਕੀਤੀ ਹੈ। ਤਾਂ ਇਹਨਾਂ ਦੇ ਪਾਤਰ ਕੀ ਕਰਦੇ ਆ ਜੀ, ਉਹ ਕਹਿੰਦੇ ਜੀ ਮਨੁੱਖੀ ਹਸਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਯਤਨਸ਼ੀਲ ਕਰਦੇ ਹੋਏ ਦਿਖਾਈ ਦਿੰਦੇ ਨੇ। ਕਹਾਣੀ ਦੇ ਬਾਰੇ ਗੱਲ ਕਰਦੇ ਹਾਂ ਜੀ। ਕਾਲੀ ਨਦੀ ਦਾ ਸੇਕ, ਇਸ ਵਿੱਚ
ਕਹਿ ਲਓ ਜੀ ਸਮਾਜ ਦੀਆਂ ਦੋ ਸ਼੍ਰੇਣੀਆਂ, ਕਿਰਤ ਸ਼੍ਰੇਣੀਆਂ ਦੀ ਗੱਲ ਕੀਤੀ ਹੋਈ ਹੈ ਜੀ। ਇੱਕ ਸਰਮਾਏਦਾਰੀ ਸ਼੍ਰੇਣੀ ਦੀ ਬਾਤ ਪਾਉਂਦੀ ਹੈ ਜੀ। ਇਸ ਵਿੱਚ ਹੁਕਮਰਾਨ ਸ਼੍ਰੇਣੀ ਵੱਲੋਂ ਮਜ਼ਦੂਰ ਸ਼੍ਰੇਣੀ ਦੀਆਂ ਸਦਰਾਂ ਦੇ ਘਾਣ ਨੂੰ ਵਰਿੰਦਰ ਅਤੇ ਨਤਾਸ਼ਾ ਜਿਹੇ ਪਾਤਰਾਂ ਦੇ ਰਾਹੀਂ ਦਰਸਾਇਆ ਗਿਆ ਜੀ। ਕਹਿ ਦੇਈਏ ਜੀ ਕਹਾਣੀ ਜੋ ਕਾਲੀ ਨਦੀ ਦਾ ਸੇਕ, ਇਹਦੇ ਦੋ ਪਾਤਰ ਨੇ ਜੀ, ਵਰਿੰਦਰ ਅਤੇ ਨਤਾਸ਼ਾ ਵਰਗੇ ਪਾਤਰਾਂ ਦੇ ਰਾਹੀਂ ਦਰਸਾਇਆ ਗਿਆ ਗਾ ਕਿ ਹੁਕਮਰਾਨਾਂ ਦੇ ਵੱਲੋਂ ਜੀ ਮਜ਼ਦੂਰ ਸ਼੍ਰੇਣੀ ਦੀਆਂ ਜੋ ਸਦਰਾਂ ਦਾ ਘਾਣ ਕੀਤਾ ਜਾਂਦਾ ਗਾ। ਕਿਹੜੇ ਪਾਤਰ ਪੇਸ਼ ਕਰਦੇ ਆ ਜੀ? ਇਹ ਦੋ ਪਾਤਰ ਪੇਸ਼ ਕਰਦੇ ਆ। ਅਤੇ ਸਰਮਾਏਦਾਰੀ ਵਰਗ ਦੀ ਜੋ ਗੱਲ ਕਰਦੀ ਹੋਈ ਇਹ ਕਹਾਣੀ ਹੈ। ਸਰਾਲ ਦੀ ਆਪਾਂ ਗੱਲ ਕਰੀਏ ਜੀ, ਭਾਰਤ ਅਤੇ ਇੰਗਲੈਂਡ ਦੇਸ਼ ਦੇ ਸਿਸਟਮ ਅਤੇ ਉੱਥੋਂ ਦੇ ਵਰਤ ਵਿਹਾਰ ਵਿਚਲੇ ਵਖਰੇਵੇਂ ਨੂੰ ਦਰਸਾਇਆ ਗਿਆ। ਇਸ ਕਹਾਣੀ ਦੇ ਵਿੱਚ ਕੀ ਹੈ ਜੀ, ਭਾਰਤ ਅਤੇ ਇੰਗਲੈਂਡ ਦੋਨਾਂ ਦੇਸ਼ਾਂ ਦੀ ਗੱਲ ਕਰ ਲਈ ਜੀ। ਉੱਥੋਂ ਦੇ ਵਰਤ ਵਰਤੇਵੇਂ ਵਖਰੇਵੇਂ ਕੀ ਨੇ ਜੀ ਦੋਨਾਂ ਦੇਸ਼ਾਂ ਦੇ ਵਿੱਚ, ਉਹਨੂੰ ਪੇਸ਼ ਕਰਦੀ ਹੋਈ ਇਹ ਕਹਾਣੀ ਹੈ ਜਿਸ ਦੇ ਵਿੱਚ ਉਹਦੀ ਬਾਤ ਪਾਈ ਗਈ ਹੈ। ਹੋਰ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ ਜੀ ਇਹਨਾਂ ਕਹਾਣੀ ਸੰਗ੍ਰਹਿਾਂ ਤੋਂ ਇਲਾਵਾ ਜੀ। ਸਾਨੇ ਪੰਜਾਬ ਜੋ ਵਕਤ ਦੀਆਂ ਘੁੰਮਣ ਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ ਅਤੇ ਅਣਖੀਲੇ ਪਰਿਵਾਰ ਦੇ ਬਾਰੇ ਲਿਖੀ ਗਈ ਹੈ ਇੱਕ ਨਿੱਕੀ ਜਿਹੀ ਕਹਾਣੀ ਹੈ ਜੀ। ਬਾਅਦ ਦੇ ਵਿੱਚ ਇਹ ਪਹਿਲਾਂ 1980 ਦੇ ਵਿੱਚ ਕਹਾਣੀ ਛਪਦੀ ਹੈ ਜੀ ਸਾਨੇ ਪੰਜਾਬ, ਅਤੇ ਫਿਰ 1999 ਦੇ ਵਿੱਚ ਸਾਨੇ ਪੰਜਾਬ ਕਹਾਣੀ ਸੰਗ੍ਰਹਿ ਛਪਦਾ ਜੀ, ਜੋ ਉਸ ਸੰਗ੍ਰਹਿ ਦੇ ਵਿੱਚ ਇਸ ਕਹਾਣੀ ਨੂੰ ਸ਼ਾਮਲ ਕੀਤਾ ਗਿਆ ਜੀ। ਅਤੇ ਰਘਵੀਰ ਦੀਆਂ ਕਹਿ ਲਓ ਜੀ ਕਹਾਣੀਆਂ ਦੇ ਵਿੱਚ ਪੰਜਾਬ ਦੀ ਰੂਹ ਨੂੰ ਤੜਫਦੀ ਹੈ ਉਸ ਦੀ ਪੇਸ਼ਕਾਰੀ ਕੀਤੀ ਹੋਈ ਵੇਖਣ ਨੂੰ ਮਿਲਦੀ ਹੈ। ਇੰਗਲੈਂਡ ਦੀ ਖੁਸ਼ਹਾਲੀ ਦੇ ਪਿੱਛੇ ਜੀ ਜੋ ਦਰਦ ਵੇਤਨਾ ਉਹਨਾਂ ਦਾ ਮਹਿਸੂਸ ਦੇਖ ਸਕਦੇ ਹਾਂ, ਜੋ ਆਪਣੇ ਇੱਥੋਂ ਗਏ ਨੇ ਜੀ ਵਤਨੋਂ ਦੂਰ, ਉਹਨਾਂ ਨੂੰ ਬੜੇ ਹੀ ਕਲਾਪੂਰਨਕ ਢੰਗ ਦੇ ਨਾਲ ਆਪਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕਰਦੇ ਨੇ। ਉਹਨਾਂ ਦੀਆਂ ਕਹਾਣੀਆਂ ਵਿੱਚ ਵਿਦੇਸ਼ ਵਿੱਚ ਪ੍ਰਫੇਕ ਵਿੱਚ ਵੱਖ-ਵੱਖ ਵਿਅਕਤੀਆਂ ਵਿਚਲੇ ਦਵੰਦ ਨੂੰ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਜੀ। ਕਿਹੜੀਆਂ ਕਹਾਣੀ ਸੰਗ੍ਰਹਿ ਨੇ? ਬੋਲੀ ਧਰਤੀ ਉਸ ਪਾਰ ਕਾਇਆ ਕਲਪ, ਸ਼ਾਨੇ ਪੰਜਾਬ ਕਹਾਣੀਆਂ ਨੇ। ਇਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਆਪਾਂ ਗੱਲ ਕਰੀਏ ਤਾਂ ਇਹਨਾਂ ਵਿੱਚ ਜੋ ਕਹਿ ਲਓ ਜੀ ਵਿਦੇਸ਼ ਦੀ ਧਰਤੀ ਹੈ ਉਸ ਦੀ ਪੇਸ਼ਕਾਰੀ ਕੀਤੀ ਹੋਈ ਵੇਖਣ ਨੂੰ ਮਿਲਦੀ ਹੈ। ਗੱਲਬਾਤ ਕਰ ਰਹੇ ਹਾਂ ਜੀ ਭਾਸ਼ਾ ਵਿਭਾਗ ਦੇ ਵੱਲੋਂ, ਉਹਨਾਂ ਦੇ ਵੱਲੋਂ ਜੀ ਉਸ ਪਾਰ ਕਹਾਣੀ ਸੰਗ੍ਰਹਿ ਹੈ ਜੀ ਉਸ ਨੂੰ ਕਹਿ ਲਓ ਜੀ ਸਨਮਾਨਿਤ ਕੀਤਾ ਗਿਆ ਸੀਗਾ, ਪੁਰਸਕਾਰ ਦਿੱਤਾ ਗਿਆ ਸੀਗਾ। ਮੜੀਆਂ ਤੋਂ ਦੂਰ ਜੋ ਰਘਵੀਰ ਦੀ ਕਹਾਣੀ ਹੈ ਜੀ ਉਸ ਨੂੰ ਸ਼ਾਮਲ ਕੀਤਾ ਗਿਆ ਜੀ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ। ਇਸੇ ਕਰਕੇ ਜੀ ਉਸ ਦੀ ਚਰਚਾ ਥੋੜ੍ਹੀ ਜਿਹੀ ਵਿਸ਼ੇਸ਼ ਤੌਰ 'ਤੇ ਕਰਨੀ ਬਣਦੀ ਹੈ। ਉਸ ਦੀ ਥੋੜ੍ਹੀ ਡਿਟੇਲ ਚਰਚਾ ਕਰਾਂਗੇ ਜੀ। ਕਿਸ ਤਰ੍ਹਾਂ ਦੀ ਕਹਾਣੀਆਂ, ਪਾਤਰ ਕਿਸ ਤਰ੍ਹਾਂ ਦੇ ਨੇ, ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਜੀ। ਗੱਲ ਕਰਦੇ ਹਾਂ ਜੀ ਇਸ ਕਹਾਣੀ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਚੱਕਰ ਵਿੱਚ ਜਿੱਥੇ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਵਸੇ ਪੰਜਾਬੀਆਂ ਦੀ ਕਹਿ ਲਓ ਜੀ ਕਹਾਣੀ ਪੇਸ਼ ਕੀਤੀ ਗਈ ਹੈ। ਵਿਥਿਆ ਨੂੰ ਦੱਸਿਆ ਗਿਆ ਗਾ। ਪ੍ਰਵਾਸੀ ਪੰਜਾਬੀ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਟੁੱਟ ਚੁੱਕੇ ਆ। ਉੱਥੇ ਦੇ ਜੰਮਪਲ ਬੱਚਿਆਂ ਨੂੰ ਵੀ ਆਪਣੇ ਸੱਭਿਆਚਾਰ ਬਾਰੇ ਕੋਈ ਗਿਆਨ ਨਹੀਂ ਹੈ। ਭਾਵ ਇਹ ਕਹਿ ਸਕਦੇ ਹਾਂ ਜੀ ਜੋ ਲੋਕ ਇੱਥੋਂ ਪੰਜਾਬ ਦੀ ਧਰਤੀ ਤੋਂ ਇੰਗਲੈਂਡ ਗਏ ਨੇ ਜੀ, ਉੱਥੇ ਜਾ ਕੇ ਵਸ ਜਾਂਦੇ ਨੇ ਤਾਂ ਉਹਨਾਂ ਦੇ ਜੋ ਬੱਚੇ ਆ ਜੀ ਉਹਨਾਂ ਨੂੰ ਕਹਿ ਲਓ ਜੀ ਉੱਥੋਂ ਦੇ ਸੱਭਿਆਚਾਰ, ਇੰਗਲੈਂਡ ਦੇ ਸੱਭਿਆਚਾਰ 'ਚ ਉਹ ਰਸ ਵਿੱਚ ਗਏ ਆ। ਭਾਵ ਉਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਕੋਈ ਲਗਾਵ ਨਹੀਂ ਹੈ, ਮੋਹ ਨਹੀਂ ਹੈ, ਉਹਨਾਂ ਨੂੰ ਕੁਛ ਉਹਦੇ ਬਾਰੇ ਪਤਾ ਨਹੀਂ ਹੈ। ਪੈਸੇ ਕਮਾਉਣ ਦੀ ਦੌੜ ਦੇ ਵਿੱਚ ਇੰਨਾ ਜ਼ਿਆਦਾ ਗ੍ਰਸਤ ਹੋ ਚੁੱਕੇ ਆ ਜੀ ਲੋਕ, ਉਹਨਾਂ ਕੋਲ ਵਿਹਲ ਨਾਂ ਦੀ ਕੋਈ ਚੀਜ਼ ਨਹੀਂ ਹੈ। ਭਾਵ ਜੋ ਇੱਥੋਂ ਗਏ ਨੇ ਪੰਜਾਬੀ ਉਹ ਜ਼ਿਆਦਾ ਮਿਹਨਤ ਕਰੀ ਜਾਂਦੇ ਜੀ, ਮਿਹਨਤ ਕਰੀ ਜਾਂਦੇ ਆ ਤਾਂ ਬੱਚਿਆਂ ਨੂੰ ਉਹ ਜਿਹੜਾ ਹੈਗਾ ਸੱਭਿਆਚਾਰ ਦੀ ਜੋ ਸਿੱਖਿਆ ਦੇਣੀ ਸੀ ਉਹ ਨਹੀਂ ਦੇ ਸਕਦੇ। ਉਹ ਪਦਾਰਥਕ ਦੌੜ ਦੇ ਵਿੱਚ ਸੰਵੇਦਨਸ਼ੀਲ ਵਿਅਕਤੀ ਦੇ ਇਕੱਲੇਪਣ ਅਤੇ ਸੰਤਾਪ ਨੂੰ ਬੁਰੀ ਤਰ੍ਹਾਂ ਭੋਗਦੀ ਹੈ ਜੀ। ਭਾਵ ਭੋਗਦੇ ਹੋਏ ਵੇਖਾਇਆ ਗਿਆ ਗਾ। ਆਲੇ ਦੁਆਲੇ ਵਿੱਚ ਇੰਨਾ ਸੌਖ ਆਰਾਮ ਹੋਣ ਦੇ ਬਾਵਜੂਦ ਵੀ ਉਹ ਆਤਮਾ ਬੇਆਰਾਮ ਕਹਿ ਲਓ ਜੀ ਉਹਨਾਂ ਦੀ, ਅਤੇ ਬਚਨ ਭਾਵ ਬੇਆਰਾਮ ਹੋ ਜਾਂਦੀ ਹੈ ਅਤੇ ਉਹਨੂੰ ਕੋਈ ਮਤਲਬ ਮਿਲਣ ਵਾਲਾ ਨਹੀਂ ਆਪਾਂ ਨੂੰ ਵੇਖਣ ਨੂੰ ਮਿਲਦਾ। ਆਲੇ ਦੁਆਲੇ ਦੇ ਭਾਵ ਉਹਨਾਂ ਦੇ ਇੰਨੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਠੀਕ ਹੈ ਉਹਨਾਂ ਦੀ ਆਤਮਾ ਬੇਚੈਨ ਰਹਿੰਦੀ ਹੈ। ਉਸ ਦੀ ਆਪਾਂ ਗੱਲ ਕਰਦੇ ਹਾਂ। ਇਸ ਕਹਾਣੀ ਦੇ ਪਾਤਰ ਦੀ ਗੱਲ ਕਰੀਏ ਜੀ, ਇਸ ਕਹਾਣੀ ਦਾ ਮੁੱਖ ਪਾਤਰ ਹੈ ਮਾਸੀ, ਜੋ ਇੰਗਲੈਂਡ ਵਿੱਚ ਵਸੇ ਆਪਣੇ ਪੁੱਤਰ ਦੇ ਕੋਲ ਕਹਿ ਲਓ ਜੀ ਪਹਿਲਾਂ ਕੀ ਕਰ ਲਈ ਹੈ ਤਾਂ ਤਰਲਾ ਮਿੰਨਤਾਂ ਕਰਦੀ ਹੈ ਆਉਣ ਦੇ ਲਈ। ਕਿੱਥੇ ਜੀ? ਇੰਗਲੈਂਡ ਆਉਣ ਦੇ ਲਈ, ਪੰਜਾਬ ਤੋਂ ਇੰਗਲੈਂਡ ਆਉਣ ਦੇ ਲਈ। ਪਹਿਲਾਂ
ਉਹ ਇੰਗਲੈਂਡ ਦੇ ਜਿਹੜੇ ਸੁੱਖ ਆਰਾਮ ਨੇ ਜੀ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਕੁਝ ਸਮੇਂ ਬਾਅਦ ਮਾਸੀ ਘਬਰਾ ਜਾਂਦੀ ਹੈ ਜੀ। ਉਹਦੇ 2 ਨੂੰਹਾਂ ਨੇ ਜੀ ਪੁੱਤਰ। ਉਸ ਕੋਲ ਦੋਨਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਕਹਿ ਲਓ ਜੀ ਗੱਲ ਕਰਨ ਦਾ ਵੀ ਸਮਾਂ ਨਹੀਂ, ਕਿਉਂਕਿ ਦੋਵੇਂ ਕੰਮਾਂ ਕਾਰਾਂ 'ਤੇ ਇੰਨੇ ਜ਼ਿਆਦਾ ਕਹਿ ਲਓ ਜੀ ਬਿਜ਼ੀ ਹੋ ਜਾਂਦੇ ਆ, ਮਸਰੂਫ ਹੋ ਜਾਂਦੇ ਆ ਕਿ ਉਸਦੇ ਪੋਤੇ ਪੋਤੀਆਂ ਨੂੰ ਵੀ ਦਾਦੀ ਦਾ ਉਹਨਾਂ ਨਾਲ ਕੋਈ ਜ਼ਿਆਦਾ ਮੋਹ ਨਹੀਂ ਆ। ਗੱਲ ਕਰੀਏ ਜੀ ਜੋ ਉਹਨਾਂ ਦੀ ਮਾਸੀ ਜੋ ਪਾਤਰ ਹੈ ਜੀ ਉਸਦੀ ਨੂੰਹ ਹੈਗੀ ਹੈ, ਨੂੰਹ ਪੁੱਤ ਹੈ, ਤਾਂ ਉਹ ਦੇਖਦੇ ਹਾਂ ਕਿ ਉਹ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਏ ਨੇ, ਤਾਂ ਉਹਨਾਂ ਦੇ ਬੱਚੇ ਵੀ ਉਸੇ ਤਰ੍ਹਾਂ ਜੀ ਦਾਦੀ ਨਾਲ ਉਹਨਾਂ ਦਾ ਮੋਹ ਨਹੀਂ ਹੈ, ਉਹ ਵੀ ਆਪਦੇ ਕੰਮਾਂ ਕਾਰਾਂ 'ਚ ਲੱਗੇ ਰਹਿੰਦੇ ਨੇ ਅਤੇ ਉਹ ਇਕੱਲੀ ਰਹਿ ਜਾਂਦੀ ਹੈ। ਮਾਸੀ ਅਜਿਹੇ ਵਾਤਾਵਰਨ ਦੇ ਵਿੱਚ ਘਰ ਉਦਾਸੀ ਕਹਿ ਲਓ ਜੀ ਉਦਾਸੀ ਆ ਜਾਂਦੀ ਹੈ ਅਤੇ ਖੂਹ ਵਿੱਚ ਡਿੱਗ ਗਿਆ ਕਹਿ ਲਓ ਜੀ ਸਮਝਦੀ ਆਪਦੇ ਨੂੰ। ਉਦਾਸੀ ਦੇ ਖੂਹ ਦੀ ਆਪਾਂ ਗੱਲ ਕਰੀਏ ਕਿ ਮਾਸੀ ਅਜਿਹੇ ਵਾਤਾਵਰਨ ਵਿੱਚ ਫੀਲ ਕਰਦੀ ਹੈ ਘਰ ਦੀ ਉਦਾਸੀ ਦੇ ਵਿੱਚ, ਜਿਵੇਂ ਉਹ ਖੂਹ ਦੇ ਵਿੱਚ ਡਿੱਗ ਪਈ ਹੋਵੇ। ਅੰਤ ਵਿੱਚ ਆਪਣੇ ਪੁੱਤਰ ਦੇ ਦੋਸਤ ਦੀਆਂ ਮਿੰਨਤਾਂ ਕਰਕੇ ਕਹਿੰਦੀ ਹੈ ਕਿ ਫਿਰ ਕੀ ਕਹਿੰਦੀ ਹੈ ਜੀ, ਉਸ ਨੂੰ ਕਿਵੇਂ ਨਾ ਕਿਵੇਂ ਜੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਇੰਗਲੈਂਡ ਬਾਰੇ ਕਹਿੰਦੀ ਹੈ ਜੀ, ਜਿਹੜੀ ਪਹਿਲਾਂ ਇੰਗਲੈਂਡ ਦੀਆਂ ਸਿਫਤਾਂ ਕਰਦੀ ਹੁੰਦੀ ਸੀ ਜੀ, ਇੰਗਲੈਂਡ ਜਾਣ ਲਈ ਪਹਿਲਾਂ ਮਿਹਨਤਾਂ ਕਰਦੀ ਹੁੰਦੀ ਸੀ, ਫਿਰ ਜਦੋਂ ਇੰਗਲੈਂਡ ਜਾਂਦੀ ਆ ਉੱਥੋਂ ਦੇ ਜੀਵਨ ਨੂੰ ਵੇਖਦੀ ਹੈ, ਉਹਨਾਂ ਦੀ ਬਿਜ਼ੀ ਲਾਈਫ, ਉਹਨਾਂ ਦੀਆਂ ਭਾਵ ਮੋਹ ਨਹੀਂ ਹੈ ਰਿਸ਼ਤਿਆਂ ਦੇ ਵਿੱਚ, ਉਸ ਚੀਜ਼ ਨੂੰ ਵੇਖਦੀ ਆ, ਤਾਂ ਉਹ ਫਿਰ ਆਪਦੇ ਜਿਹੜਾ ਹੈਗਾ ਜੀ ਪੁੱਤਰ ਦਾ ਦੋਸਤ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਇੰਡੀਆ ਵਾਪਸ ਭੇਜ ਦੇਵੇ। ਉਹ ਕਹਿੰਦੀ ਹੈ ਜੀ ਇਹ ਤਾਂ ਜੀ ਮੜੀਆਂ ਤੋਂ ਵੀ ਦੂਰ ਕਿਤੇ ਕੋਈ ਸ਼ੈ ਹੈ। ਪਰ ਮੜੀਆਂ 'ਚ ਤਾਂ ਉਹ ਕਹਿੰਦੀ ਫਿਰ ਵੀ ਕੁਛ ਨਾ ਕੁਛ ਹੁੰਦਾ ਗਾ। ਮੜੀਆਂ ਵਿੱਚ ਤਾਂ ਫਿਰ ਵੀ ਚੜ੍ਹਦੀ ਧੁੱਪ ਆਉਂਦੀ ਏ, ਵਾਹ ਵਗਦੀ ਏ, ਪੰਛੀ ਚਹਿਕਦੇ ਨੇ ਜੀ। ਜਦੋਂ ਆਪਾਂ ਮੜੀਆਂ ਦੀ ਗੱਲ ਕਰਦੇ ਹਾਂ ਜੀ, ਮੜੀਆਂ ਵਿੱਚ ਕੁਛ ਚੀਜ਼ਾਂ ਤਾਂ ਕਹਿੰਦੇ ਹੁੰਦੀਆਂ ਹੀ ਨਹੀਂ, ਇੱਥੇ ਤਾਂ ਉਹ ਵੀ ਨਹੀਂ ਹੈ, ਠੀਕ ਹੈ। ਤਾਂ ਇਹ ਵੀ ਉੱਥੋਂ ਕਹਿੰਦੇ ਮੜੀਆਂ ਤੋਂ ਵੀ ਦੂਰ ਦੀ ਚੀਜ਼ ਹੈ ਜੋ ਉਸ ਨੂੰ ਨਹੀਂ ਹੌਲੀ ਨਾ ਹੌਲੀ ਕਰਕੇ ਖਾ ਜਾਏਗੀ। ਇਸੇ ਕਰਕੇ ਉਹ ਕਹਿੰਦੀ ਹੈ ਜੀ ਉਸ ਨੂੰ ਆਪਦੇ ਦੇਸ਼ ਕਿੱਥੇ ਜਾਣਾ ਚਾਹੀਦਾ ਜੀ, ਇੰਡੀਆ ਭੇਜ ਦਿਓ। ਤਾਂ ਇਸ ਤਰ੍ਹਾਂ ਦਾ ਪਾਤਰ ਹੈਗਾ ਜੀ ਮਾਸੀ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਜੀ, ਇੰਗਲੈਂਡ ਦੇ ਜੀਵਨ ਨੂੰ, ਉਹਨਾਂ ਦੇ ਮਿਹਨਤ ਕਰਦੇ ਲੋਕਾਂ ਨੂੰ ਕਿ ਉਹਨਾਂ ਕੰਮਕਾਰ 'ਚ ਕਿੰਨੇ ਲੱਗੇ ਹੋਏ ਨੇ, ਅਤੇ ਉਹਨਾਂ ਦੇ ਬੱਚਿਆਂ ਨੂੰ ਜੋ ਉਹਨਾਂ ਨੂੰ ਕਿਸੇ ਰਿਸ਼ਤਿਆਂ ਦੀ ਕਹਿ ਲਓ ਜੀ ਕਦਰ ਨਹੀਂ ਹੈ, ਅਤੇ ਮਾਂ ਬਾਪ ਨੇ ਉਹਨਾਂ ਨੂੰ ਉਹ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਬਾਰੇ ਦੱਸਿਆ ਨਹੀਂ। ਇਸ ਤਰ੍ਹਾਂ ਦੇ ਜੀਵਨ ਨੂੰ ਪੇਸ਼ ਕਰਦੀ ਹੋਈ ਇਹ ਕਹਾਣੀ ਹੈ ਜੀ, ਇਸ ਦੇ ਵਿੱਚ ਇਸ ਤਰ੍ਹਾਂ ਦਾ ਜੀਵਨ ਪੇਸ਼ ਕੀਤਾ ਹੈ ਅਤੇ ਪੰਜਾਬ ਬੋਰਡ ਦੇ ਵਿੱਚ ਇਹ ਕਹਾਣੀ ਲੱਗੀ ਹੋਈ ਹੈ ਕਲਾਸਾਂ ਦੇ ਵਿੱਚ। ਤਾਂ ਇਸੇ ਕਰਕੇ ਥੋੜ੍ਹੇ ਜਿਹੇ ਪਾਤਰਾਂ ਦੇ ਬਾਰੇ, ਉਹਨਾਂ ਦੇ ਵਿਸ਼ੇ ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ। ਤਾਂ ਜ਼ਿਆਦਾ ਜੋਬ ਨਾਲ ਸੰਬੰਧਿਤ ਆਪਾਂ ਅਪਡੇਟ ਕਰਦੇ ਰਹਿੰਦੇ ਹਾਂ ਜੀ, ਕੋਸ਼ਿਸ਼ ਕਰਾਂਗੇ ਅੱਗੇ ਵੀ ਕਰੀਏ। ਧਾਲੀਵਾਲ ਕਲਾਸ ਦੇ ਵਿੱਚ ਜੋ .com ਆਪਣੀ ਵੈਬਸਾਈਟ ਹੈ ਜੀ, ਧਾਲੀਵਾਲ classes.com, ਉੱਥੇ ਜਾ ਕੇ ਕੋਈ ਤੁਸੀਂ ਆਰਟੀਕਲ ਵਗੈਰਾ ਪੜ੍ਹਨਾ ਤਾਂ ਉੱਥੋਂ ਪੜ੍ਹ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ ਜੀ, ਦੋਸਤਾਂ ਦੇ ਨਾਲ ਸ਼ੇਅਰ ਕਰਨਾ ਜੀ, ਕਿ ਜਿਸ ਦੇ ਨਾਲ ਉਹਨੂੰ ਵੀ ਇਸ ਤਰ੍ਹਾਂ ਦੀ ਐਜੂਕੇਸ਼ਨ ਮਿਲ ਸਕੇ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਵਧੀਆ ਭਾਵ ਐਜੂਕੇਸ਼ਨ ਦਿੰਦੀ ਹੈ ਮਾਸਟਰ ਕੈਡਰ ਦੇ ਬਾਰੇ, UGC ਨੈਟ ਦੇ ਬਾਰੇ। ਤਾਂ ਕਰਕੇ ਹੀ ਹੈ ਕਿ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਰਹੋ ਜੀ ਵੀਡੀਓ ਨੂੰ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਜਿਸ ਦੇ ਨਾਲ ਸਮੇਂ-ਸਮੇਂ 'ਤੇ ਤੁਹਾਨੂੰ ਵੀਡੀਓ ਜਿਹੜੀਆਂ ਹੈਗੀਆਂ ਨੇ ਮਿਲਦੀਆਂ ਰਹਿਣ। ਜਦੋਂ ਵੀ ਕੋਈ ਵੀਡੀਓ ਦਿੰਦੇ ਆ ਤਾਂ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਜੀ। ਇਸ ਤੋਂ ਇਲਾਵਾ UGC ਜੋ ਨੈਟ ਦੀ ਹੈ ਜੀ, ਪੰਜਾਬੀ ਦੀ ਆਪਾਂ ਟੈਸਟ ਸੀਰੀਜ਼ ਸ਼ੁਰੂ ਕੀਤੀ ਹੈ, ਤਾਂ ਉਹ ਤੁਸੀਂ ਵੇਖ ਸਕਦੇ ਹੋ। ਤਾਂ ਜਿਨ੍ਹਾਂ ਨੇ ਨਹੀਂ ਵੀ ਕੀਤੀ ਜੀ ਹਜੇ ਨੈਟ ਦੀ ਤਿਆਰੀ, ਤਾਂ ਉਹ ਵੀ ਇਹਦੇ ਭਾਵ ਟੈਸਟਾਂ ਨੂੰ ਦੇਖ ਸਕਦੇ ਨੇ, ਤਾਂ ਉਹਨਾਂ ਦੀ ਥੋੜ੍ਹੀ ਨਾ ਬਹੁਤੀ ਹੈਲਪ ਹੋਏਗੀ। ਤਾਂ ਟੈਸਟ ਦੇਖੋਗੇ ਤਾਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਏਗਾ ਲੈਵਲ ਕਿਸ ਤਰ੍ਹਾਂ ਦਾ ਹੁੰਦਾ ਜੀ, ਕਿਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਜੀ, ਉਹ ਇਹਦੇ ਵਿੱਚੋਂ ਵੇਖ ਸਕਦੇ ਹੋ। ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਜੀ, ਲਾਈਕ ਕਰਨਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।